इस वीडियो ਦੇ ਵਿੱਚ ਅੱਜ ਅਸੀਂ ਕਰਾਂਗੇ ਪਾਠ ਨੰਬਰ 7 ਸਤਰੰਗੀ ਤਿਤਲੀ। ਸਤਰੰਗੀ ਤਿਤਲੀ ਇੱਕ ਕਹਾਣੀ ਹੈ। ਇਸ ਦੇ ਵਿੱਚ ਇੱਕ ਖਰਗੋਸ਼ ਹੁੰਦਾ, ਇੱਕ ਤਿਤਲੀ ਹੁੰਦੀ ਹੈ। ਉਹਨਾਂ ਦੀ ਆਪਸ ਦੇ ਵਿੱਚ ਅਣਬਣ ਹੋ ਜਾਂਦੀ ਹੈ, ਲੜਾਈ ਹੋ ਜਾਂਦੀ ਹੈ। ਖਰਗੋਸ਼ ਤਿਤਲੀ ਨੂੰ ਕਹਿਣ ਲੱਗਦਾ ਹੈ ਕਿ ਤੂੰ ਬੇਮਤਲਬ ਤੋਂ ਹੀ ਫਿਰਦੀ ਰਹਿੰਦੀ ਹੈ, ਤੈਨੂੰ ਦੇਖ ਕੇ ਮੈਨੂੰ ਖੇਜ ਚੜਨ ਲੱਗ ਜਾਂਦੀ ਹੈ। ਇਸ ਤਰ੍ਹਾਂ ਉਹਨਾਂ ਦੇ ਵਿੱਚ ਆਪਸੀ ਲੜਾਈ ਝਗੜਾ ਹੁੰਦਾ ਰਹਿੰਦਾ ਤੇ ਉਹ इस तरह आपस में एक दौड़ लगानी मिथ लेंदे ने। असीं दौड़ लगावांगे, उस तो बाद की हुंदा है वो सारा इस कहानी दे विच असीं जाणांगे। यह कहानी नूं असीं शुरू करदे हां। एक डब्बा खरगोश सी, ओह तितली नूं ध्यान नाल देख रिहा सी, तितली नूं फड़न दी कोशिश कर रिहा सी। तितली सी जिहड़ी कदे घाह दे उत्ते बैठ जांदी ते कदे किसी पौधे उत्ते, कदे किसी पौधे उत्ते बैठ जांदी सी। खरगोश तितली नूं फड़न दी कोशिश कर रिहा सी ਅਤੇ ਉਹ ਘਾਹ ਦੇ ਉੱਤੇ ਕਦੇ ਤਿਤਲੀ ਨੂੰ ਕਿਸੇ ਪੌਦੇ ਉੱਤੇ ਝਪਟ ਮਾਰ ਕੇ ਫੜਨ ਦੀ ਕੋਸ਼ਿਸ਼ ਕਰਦਾ ਤੇ ਕਦੇ ਕਿਸੇ ਪੌਦੇ ਉੱਤੇ। ਇਸ ਤਰ੍ਹਾਂ ਘਾਹ ਅਤੇ ਪੌਦੇ ਕਹਿਣ ਲੱਗੇ ਕਿ ਤੂੰ ਸਾਨੂੰ ਕਿਉਂ ਲਿਤਾੜ ਰਹੇ ਹੈ, ਤੂੰ ਸਾਡੀਆਂ ਟਾਹਣੀਆਂ ਕਿਉਂ ਭੰਨ ਰਹੇ ਹੈ। ਤਾਂ ਖਰਗੋਸ਼ ਕਹਿਣ ਲੱਗਾ ਕਿ ਮੈਂ ਇਸ ਤਿਤਲੀ ਨੂੰ ਫੜਨਾ ਹੈ। ਤਾਂ ਤਿਤਲੀ ਕਹਿਣ ਲੱਗੀ ਕਿ ਖਰਗੋਸ਼ ਵੀਰੇ ਤੂੰ ਮੇਰੇ ਪਿੱਛੇ ਕਿਉਂ ਪਈ ਹੈ, ਮੈਂ ਤੈਨੂੰ ਕੀ ਕਿਹਾ। ਤਾਂ ਖਰਗੋਸ਼ ਕਹਿਣ ਲੱਗਿਆ ਕਿ ਤੈਨੂੰ ਦੇਖ ਕੇ ਮੈਨੂੰ ਖਿਝ ਚੜ ਜਾਂਦੀ ਹੈ, ਤੂੰ ਕੋਈ ਫਜ਼ੂਲ ਜਿਹੀ ਚੀਜ਼ ਹੈ, ਜਿੱਧਰ ਮਰਜੀ ਉਡਾਰੀ ਮਾਰ ਕੇ ਉੱਡ ਜਾਨੀ ਹੈ। ਤਾਂ ਤਿਤਲੀ ਕਹਿਣ ਲੱਗੀ ਕਿ ਇਸ ਕੁਦਰਤ ਨੇ ਫਜ਼ੂਲ ਕੁਛ ਵੀ ਨਹੀਂ ਬਣਾਇਆ, ਹਰ ਜੀਵ ਦੇ ਵਿੱਚ ਆਪਣੀ ਆਪਣੀ ਸ਼ਕਤੀ ਹੁੰਦੀ ਹੈ, ਨਿੱਕੇ ਤੋਂ ਨਿੱਕੇ ਜੀਵ ਦੇ ਵਿੱਚ ਵੀ ਆਪਣੀ ਸ਼ਕਤੀ ਹੁੰਦੀ ਹੈ। ਤਾਂ ਖਰਗੋਸ਼ ਕਹਿਣ ਲੱਗਿਆ ਕਿ ਤੇਰੇ ਨਿੱਕੀ ਦੇ ਵਿੱਚ ਨਿੱਕੀ ਜੀ ਤਾਂ ਹੈ ਤੂੰ, ਤੇਰੇ ਵਿੱਚ ਕੀ ਸ਼ਕਤੀ ਹੋਵੇਗੀ। ਅਤੇ ਇਸ ਤਰ੍ਹਾਂ ਤਿਤਲੀ ਕਹਿਣ ਲੱਗੀ ਕਿ ਹਰ ਜੀਵ ਦੀ ਆਪਣੀ ਆਪਣੀ ਥਾਂ ਹੁੰਦੀ ਹੈ, ਹਰ ਜੀਵ ਦਾ ਇਸ ਕੁਦਰਤ ਦੇ ਵਿੱਚ ਹੋਣਾ ਆਪਣੇ ਲਈ ਸਹੀ ਹੁੰਦਾ ਹੈ। ਤਾਂ ਖਰਗੋਸ਼ ਹੰਕਾਰ ਕੇ ਕਹਿਣ ਲੱਗਿਆ ਕਿ ਅੱਜ ਦੇਖਦੇ ਹਾਂ ਤੇਰੇ ਵਿੱਚ ਕਿੰਨੀ ਕੁ ਸ਼ਕਤੀ ਹੈ। ਤਾਂ ਉਸਨੇ ਕਿਹਾ ਕਿ ਅਸੀਂ ਦੌੜ ਲਗਾਵਾਂਗੇ, ਅਸੀਂ ਨੇ ਦੌੜ ਕੇ ਘੁਰਨੇ ਤੱਕ ਪਹੁੰਚਣਾ ਹੈ, ਜਿੱਥੇ ਖਰਗੋਸ਼ ਰਹਿੰਦਾ ਸੀ ਅਸੀਂ ਨੇ ਉੱਥੇ ਤੱਕ ਦੌੜ ਕੇ ਜਾਣਾ ਹੈ। ਖਰਗੋਸ਼ ਕਹਿਣ ਲੱਗਿਆ। ਤਾਂ ਉਹਨਾਂ ਨੇ ਇਸ ਤਰ੍ਹਾਂ ਦੌੜ ਸ਼ੁਰੂ ਕਰ ਲਈ। ਖਰਗੋਸ਼ ਸੀ ਜਿਹੜਾ ਉਹ ਭੱਜ ਕੇ ਤਿਤਲੀ ਨਾਲੋਂ ਬਹੁਤ ਅੱਗੇ ਲੰਘ ਗਿਆ। ਤਿਤਲੀ ਸੀ ਜਿਹੜੀ ਉਹ ਆਪਣੇ ਨਿੱਕੇ ਨਿੱਕੇ ਪੰਖਾਂ ਦੇ ਨਾਲ ਉੱਡੀ ਜਾ ਰਹੀ ਸੀ ਉਹਦੇ ਪਿੱਛੇ ਪਿੱਛੇ। ਰਸਤੇ ਦੇ ਵਿੱਚ ਇੱਕ ਝੀਲ ਆ ਗਈ। जब झील आ गई तो झील के किनारे खरगोश उदास होकर बैठ गया। वो सोचने लगा कि जेकर मैं झील के विच दी लंघण की कोशिश करांगा तो मैं डुब जावांगा। उस तो बाद तितली भी उत्थे पहुंच गई। तितली खरगोश नूं पुछण लगी कि तू अगे क्यों नहीं जा रहा। तो खरगोश कहण लग्या कि अगे झील है, मैं झील दे विच डुब जावांगा। तो तितली ने की कीता, झील दे विच एक पत्ता तैरदा जा रहा सी, तितली उड़ के उस पत्ते दे उत्ते बैठ गई। इस तरह पत्ते दे उत्ते तर के वो झील पार कर गई। ਅਤੇ ਖਰਗੋਸ਼ ਸੀ ਜਿਹੜਾ ਉਹ ਝੀਲ ਦੇ ਪੁਲ ਉੱਤੇ ਦੀ ਜੋ ਕਾਫੀ ਦੂਰ ਪੈਂਦਾ ਸੀ, ਇੰਨੀ ਦੂਰ ਦੀ ਗੇੜਾ ਦੇ ਕੇ ਉੱਥੇ ਤੱਕ ਬਹੁਤ ਦੇਰ ਵਿੱਚ ਪਹੁੰਚਿਆ। ਉਸ ਤੋਂ ਬਾਅਦ ਝੀਲ ਦੇ ਅਗਲੇ ਪਾਰ ਤਿਤਲੀ ਨੂੰ ਇੱਕ ਬੁੱਢਾ ਖਰਗੋਸ਼ ਮਿਲਿਆ। ਜੋ ਬੁੱਢਾ ਖਰਗੋਸ਼ ਸੀ ਉਹ ਕਹਿਣ ਲੱਗਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ। ਤਾਂ ਤਿਤਲੀ ਕਹਿਣ ਲੱਗੀ ਕਿ ਮੇਰੇ ਪਿੱਛੇ ਡੱਬਾ ਖਰਗੋਸ਼ ਪਿਆ ਹੈ, ਅਸੀਂ ਨੇ ਆਪਸ ਵਿੱਚ ਦੌੜ ਲਗਾਈ ਹੈ। ਅਤੇ ਤਿਤਲੀ ਕਹਿਣ ਲੱਗੀ ਕਿ ਇਹ ਤਾਂ ਬਹੁਤ ਸੁੰਦਰ ਥਾਂ ਹੈ। ਤਾਂ ਡੱਬਾ ਖਰਗੋਸ਼ ਕਹਿਣ ਲੱਗਿਆ ਕਿ ਤੂੰ ਇੱਥੇ ਰਹਿ ਸਕਦੀ ਹੈ, ਇਹ ਫੁੱਲਾਂ ਦੀ ਵਾਦੀ ਦੇ ਵਿੱਚ ਬਹੁਤ ਜ਼ਿਆਦਾ ਫੁੱਲ ਨੇ, ਤੂੰ ਇੱਥੇ ਰਹਿ ਸਕਦੀ ਹੈ। ਪਰ ਤਿਤਲੀ ਸੀ ਜਿਹੜੀ ਉਹ ਕਹਿਣ ਲੱਗੀ ਕਿ ਖਰਗੋਸ਼ਾਂ ਨਾਲ ਸਾਡੀ ਦੋਸਤੀ ਨਹੀਂ, ਖਰਗੋਸ਼ ਸਾਨੂੰ ਵਧੀਆ ਨਹੀਂ ਸਮਝਦੇ, ਇਸ ਲਈ ਮੈਂ ਇੱਥੇ ਨਹੀਂ ਰਹਿ ਸਕਦੀ। ਇੰਨੇ ਚਿਰ ਵਿੱਚ ਡੱਬਾ ਖਰਗੋਸ਼ ਸੀ ਜਿਹੜਾ ਉਹ ਨਦੀ ਦੇ ਆਲੇ ਦੁਆਲੇ ਦੀ ਗੇੜਾ ਦੇ ਕੇ ਉੱਥੇ ਪਹੁੰਚ ਗਿਆ। ਉਸ ਤੋਂ ਬਾਅਦ ਜਿਹੜਾ ਬੁੱਢਾ ਖਰਗੋਸ਼ ਸੀ ਉਹ ਸਾਰੀ ਗੱਲ ਸਮਝ ਗਿਆ ਤੇ ਉਹ ਕਹਿਣ ਲੱਗਿਆ कि असीं तेरे दोस्त बन के रहांगे ते तुहानूं किते भी जाण दी लोड़ नहीं हैगी। उस तो बाद तितली ने की कहा कि भी हर एक जीव दे विच अपनी अपनी शक्ति हुंदी है। जिवें कि इस कहानी दे विच तितली दा जिहड़ा शरीर है वो हल्का होण करके वो पत्ते दे उत्ते भी तैर के लंघ सकदी है, जबकि खरगोश दे विच अपने गुण हुंदे ने। इस तरह इस कहानी तो सानूं सिक्ख्या मिली है कि हर जीव दे विच अपनी अपनी शक्ति हुंदी है। इस तरह खरगोश अते तितली आपस विच दोस्त बन के रहण लगे।